बिस्मिल्लाहिर्रहमानिर्रहीम। अस्सलाम वालेकुम नाजरीन इकराम, फराज अब्बास की जानब से खुश आमदीद। आज आपकी मुलाकात करवाई जा रही है जफ़र खोखर साहब से, जो 5 साल से बछड़ा फार्मिंग कर रहे हैं। लास्ट ईद पर ये 40 बछड़े लेकर आए, जिनमें से 31 बछड़े फरोहत हो गए और 9 बछड़े इनके फरोहत नहीं हुए। आखिर क्या वजह बनी कि इनके 9 बछड़े फरोहत नहीं हुए, और जो 31 बछड़े इन्होंने फरोहत किए उनमें से इनको क्या नफा हुआ। अगर आप भी ईद के लिए बछड़े पालना चाहते हैं तो ये वीडियो आपके लिए बहुत कीमती है। मालूम किया जाएगा कि ईद के लिए बछड़े पालने के लिए कौन सी उम्र और कौन सी कीमत के बछड़े बेहतर होते हैं, कौन सी नस्ल के बछड़े अच्छे रहते हैं। तो वीडियो को मुकम्मल लाजमी देखें। बछड़ा फार्मिंग के मतलब एक मुकम्मल तफसीली इंटरव्यू किया जाएगा। वीडियो को लाइक और शेयर जरूर करें। इस वीडियो को कम से कम 500 लाइक्स चाहिए। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम अस्सलाम जी। सर की हाल है? ठीक है सर। सब तो पहले अपना नाम दस दियो। मेरा नाम जी जफर इकबाल खोखर है। जफर साहब, तुसी वछियां दा कारोबार किन्ने अरसे तो करदे हो? मैं 5 साल तो कर रहा जी कारोबार। माशाल्लाह। ते तुहाडा तजर्बा कैसा रहा है? तजर्बा जी बाकी तो हर बार ही ठीक रहा, लेकिन इस दफा मार्केट डाउन सी ते तजर्बे सारे नाकाम हो गए ने। ते ऐसी ते किन्ने जानवर लेके आए हो? मेरे को 40 जानवर सन। ਤੁਹਾਡਾ ਜਿਹੜਾ ਮੇਨ ਮਕਸਦ ਹੈ ਵੱਛੇ ਪਾਲਣ ਦਾ, ਤੁਸੀਂ ਈਦ ਉੱਤੇ ਸੇਲ ਕਰਦੇ ਹੋ ਜਾਂ ਆਮ ਦਿਨਾਂ ਵਿੱਚ ਵੀ ਸੇਲ ਕਰਦੇ ਹੋ? ਅਸੀਂ ਈਦ ਉੱਤੇ ਹੀ ਸੇਲ ਕਰਨੇ ਆ ਵੈੜੇ। ਤੇ 40 ਵੱਛਿਆਂ ਵਿੱਚੋਂ ਈਦ ਤੇ ਕਿੰਨੇ ਵੱਛੇ ਸੇਲ ਹੋਏ? ਮੇਰੇ ਹੋਏ ਸਨ ਜੀ ਤਕਰੀਬਨ 31 ਵੈੜੇ ਸੇਲ ਹੋਏ ਸਨ। ਮਾਸ਼ਾਅੱਲਾ। ਤੇ ਇਸ ਟਾਈਮ ਕਿੰਨੇ ਰਹਿ ਗਏ ਨੇ? ਇਸ ਵੇਲੇ ਮੇਰੇ ਕੋਲ 9 ਵੈੜੇ ਮੌਜੂਦ ਨੇ। ਕੁਝ ਮੈਂ ਵੈੜੇ ਖਰੀਦਣਾ ਚਾਹਨਾ ਵਾਂ। ਇਹ ਮਜ਼ੀਦ ਈਦ ਵਾਸਤੇ? ਈਦ ਵਾਸਤੇ ਐਬਲਕ ਨੁਕਰੇ ਵੈੜੇ ਮੈਂ ਖਰੀਦਣਾ ਚਾਹਨਾ ਵਾਂ। ਐਬਲਕ ਤੇ ਨੁਕਰੇ। ਤੇ ਜਿਹੜੇ ਇਸ ਟਾਈਮ ਤੁਹਾਡੇ ਕੋਲ ਨੇ ਆ ਕਿਹੜੇ ਨੇ? ਓਏ ਆ ਸਾਈਵਾਲ ਨਸਲ ਦੇ ਵੈੜੇ ਨੇ, ਬਹੁਤ ਅੱਛੀ ਨਸਲ ਹੈ ਵੀ। ਤੇ ਤੁਸੀਂ ਕਹਿ ਰਹੇ ਹੋ ਕਿ ਅਬਲਕ ਤੇ ਨੁਕਰੇ ਖਰੀਦਣਾ ਚਾਹੁੰਦੇ ਹੋ, ਉਹਨਾਂ ਵਿੱਚ ਕਿਹੜੀ ਖਾਸ ਵਜ੍ਹਾ ਹੈ ਕਿ ਤੁਸੀਂ ਸਾਈਵਾਲਿਆਂ ਨੂੰ ਛੱਡ ਕੇ ਉਹੀ ਖਰੀਦਣਾ ਚਾਹੁੰਦੇ ਹੋ? ਨਹੀਂ ਜੀ, ਜਿਹੜਾ ਨੁਕਰਾ ਵੈੜਾ ਹੁੰਦਾ ਨਾ ਉਹ ਬੱਚਾ ਹੀ 1.5 ਲੱਖ ਰੁਪਏ ਦਾ ਮਿਲਦਾ, ਲੇਕਿਨ ਉਹਦੀ ਮਾਰਕੀਟ ਬਹੁਤ ਜ਼ਿਆਦਾ ਕਰਾਚੀ ਮੰਡੀ ਦੇ ਵਿੱਚ। ਕਰਾਚੀ ਮੰਡੀ ਦੇ ਵਿੱਚ ਜਿਹੜੇ ਮੇਮਨ ਲੋਕ ਨੇ ਉਹ ਬੜੇ ਖੁਸ਼ ਹੋ ਕੇ ਖਰੀਦਦੇ ਨੁਕਰੇ ਵੈੜੇ। ਐਬਲਕ ਵੈੜੇ ਵੀ ਉਹ ਬੜੇ ਖੁਸ਼ ਮਤਲਬ ਖਰੀਦਦੇ ਨੇ। ਸਿਆਲਕੋਟ ਦੇ ਵਿੱਚ ਇਸ ਦਫਾ ਈਦ ਦੇ ਉੱਤੇ ਨਾ 1,20,000 ਦਾ ਕੁਰਬਾਨੀ ਖੁਸ਼ ਹੋ ਕੇ ਲੋਕਾਂ ਦਿੱਤੀ ਹੈ, ਲੇਕਿਨ ਸਾਡੇ ਵੈੜੇ ਭਾਰੀ ਕੀਮਤ ਦੇ ਸਨ। 2.5 ਲੱਖ ਦਾ, 3 ਲੱਖ ਦਾ, 4 ਲੱਖ ਦਾ ਵੈੜਾ ਸੀ। ਠੀਕ ਹੈ ਜੀ। ਸਾਨੂੰ ਮਾਰਕੀਟ ਜਿਹੜਾ ਵੈੜਿਆਂ ਦਾ ਰੇਟ ਸਹੀ ਨਹੀਂ ਮਿਲਿਆ, ਉਹਦੀ ਵਜ੍ਹਾ ਤੋਂ ਅਸੀਂ ਇਹਨਾਂ ਨੂੰ ਬਚਾ ਕੇ ਆਪਣੇ ਡੇਰੇ ਤੇ ਲੈ ਆਉਂਦਾ। ਤੇ ਜਿਹੜੇ ਤੁਸੀਂ 31 ਜਾਨਵਰ ਸੇਲ ਕੀਤੇ ਨੇ ਉਹ ਤੁਹਾਨੂੰ ਕੋਈ ਨਫਾ ਦੇ ਗਏ ਨੇ ਕਿ ਉਹਨਾਂ 'ਚ ਵੀ ਕੋਈ ਘਾਟਾ ਪਿਆ? ਨਹੀਂ, ਇਸ ਦਫਾ ਤੇ ਤਕਰੀਬਨ ਪੂਰਾ ਹੀ ਕੰਮ ਹੋਇਆ ਜੀ। ਨਫੇ ਵਾਲੀ ਗੱਲ ਕੋਈ ਨਹੀਂ ਹੋਈ, ਕਿਉਂਕਿ ਮਾਰਕੀਟ ਬਹੁਤ ਡਾਊਨ ਸੀ ਤੇ ਉਹਦੀ ਵਜ੍ਹਾ ਦੇ ਨਾਲ ਨਹੀਂ ਅਸੀਂ। ਨਹੀਂ, ਤੁਸੀਂ ਕੀ ਸਮਝਦੇ ਹੋ, ਮਾਰਕੀਟ ਡਾਊਨ ਹੀ ਜਾਂ ਕਿ ਤੁਹਾਡੀ ਜਿਹੜੀ ਖਰੀਦਦਾਰੀ ਹੈ, ਤੁਸੀਂ ਜਿਹੜੇ ਬੱਚੇ ਲਏ ਹਨ ਉਹ ਹੀ ਮਹਿੰਗੇ ਲੈ ਲਏ ਹਨ? ਨਹੀਂ, ਖਰੀਦਦਾਰੀ ਤਾਂ ਚਲੋ ਸਾਡੀ ਪੂਰੀ ਹੋ ਗਈ ਸੀ, ਲੇਕਿਨ ਨਫੇ ਵਾਲੇ ਪਾਸੇ ਜਾਈਏ ਤੇ ਉੱਥੋਂ ਅਸੀਂ ਰਹਿ ਗਏ ਆ, ਕਿਉਂਕਿ ਸਾਡੇ ਵੈੜੇ ਜਿਹੜੇ ਸਨ ਅਸੀਂ ਬੜੇ ਜ਼ੌਕ ਸ਼ੌਕ ਦੇ ਨਾਲ ਵੈੜੇ ਪਾਲੇ ਸਨ, ਲੇਕਿਨ ਮਾਰਕੀਟ ਡਾਊਨ ਹੋਣ ਦੀ ਵਜ੍ਹਾ ਨਾਲ ਸ਼ਹਿਰੀ ਲੋਕ ਜਿਹੜੇ ਨੇ ਸਾਡੇ ਵੈੜਿਆਂ ਦੀ ਕੀਮਤ ਨਹੀਂ ਅਦਾ ਭਰ ਸਕੇ। ਅਗਰ ਉਹਨਾਂ ਦੇ ਕਹਿਣ ਤੇ ਅਸੀਂ ਵੈੜੇ ਫਰੋਖਤ ਕਰਦੇ ਫਿਰ ਸਾਨੂੰ ਕਾਫੀ ਨੁਕਸਾਨ ਸੀ। ਅੱਛਾ। ਤੇ ਜਿਹੜੇ ਤੁਸੀਂ 31 ਵੇਚੇ ਨੇ ਜੀ, ਉਹ ਜਿਹੜਾ ਤੁਹਾਡਾ ਖਰੀਦਦਾਰੀ ਹੀ ਤੇ ਜਿਹੜਾ ਖਰਚਾ ਹੀ ਜੀ, ਉਹ ਪੂਰਾ ਹੋਇਆ ਤੇ ਕੋਈ ਨਫਾ ਵੀ ਮਿਲਿਆ ਜਾਂ ਕਿ ਪੂਰੀ ਹੋਇਆ? ਨਹੀਂ, ਪੂਰੀਆ ਥੋੜਾ ਬਹੁਤਾ ਹੋਇਆ ਨਫਾ, ਤੇ ਕੀ ਹੋਇਆ, ਕੁਝ ਵੀ ਨਾ ਹੋਇਆ। ਤੇ ਇਹ ਜਿਹੜੇ ਹੁਣ 9 ਇਸ ਟਾਈਮ ਤੁਹਾਡੇ ਕੋਲ ਮੌਜੂਦ ਨੇ ਜੀ, ਇਹਨਾਂ ਨੂੰ ਹੁਣ ਜਿਹੜੀ ਈਦ ਆਏ ਦੀ ਉਹਦੇ ਤੇ ਸੇਲ ਕਰੋ ਦੇ? ਬਿਲਕੁਲ ਇਨਸ਼ਾਅੱਲਾ ਉੱਤੇ ਸੇਲ ਕਰਾਂਗੇ। ਮੇਰੇ ਵੇਲੇ ਵੈੜੇ ਦੋਂਦੇ ਲੱਗ ਚੁੱਕੇ ਨੇ, ਕੋਈ 1-2 ਵੈੜੇ ਵਿੱਚ ਹੈ ਨੇ ਜਿਹੜੇ ਖੀਰੇ ਨੇ, ਬਾਕੀ ਦੋਂਦੇ ਨੇ ਵੈੜੇ। ਇਨਸ਼ਾਅੱਲਾ ਈਦ ਤੱਕ ਇਹਨਾਂ ਦੀ ਮਤਲਬ ਜਿਹੜੀ ਹੈ ਨਾ ਕੰਮ ਤੇ ਅਸੀਂ ਕਰਨਾ ਹੀ ਹੈ। ਇਹ ਵੇਚ ਕੇ ਫਿਰ ਇਹਨਾਂ ਜਗ੍ਹਾ ਤੇ ਅਗਰ ਈਦ ਤੇ ਵੀ ਅਸੀਂ ਸੇਲ ਕਰਦੇ ਤੇ ਇਹਨਾਂ ਦੀ ਜਗ੍ਹਾ ਤੇ ਅਸੀਂ ਨਵੇਂ ਤੇ ਲਿਆਣੇ ਹੀ ਸਨ। ਠੀਕ ਹੈ ਜੀ। ਲੇਕਿਨ ਇਹ ਵੇ ਕਿ ਅਸੀਂ ਕਿਹਾ ਇਹਨਾਂ ਨੂੰ ਈਦ ਤੇ ਚੱਲਣ ਦਿੰਦੇ ਆ। ਤੇ ਤੁਸੀਂ ਇਹ ਨਹੀਂ ਸਮਝਦੇ ਕਿ ਤੁਹਾਡਾ ਇਹਨਾਂ ਦਾ ਜਿਹੜਾ ਪੀਰੀਅਡ ਹੈ ਰੱਖਣ ਦਾ ਉਹ ਲੰਮਾ ਹੋ ਗਿਆ, ਤੁਹਾਡਾ ਖਰਚਾ ਜ਼ਿਆਦਾ ਨਾ ਕਰਵਾਈਆਂ? ਕੋਈ ਗੱਲ ਨਹੀਂ, ਅੱਲਾ ਮਾਲਕ, ਕੋਈ ਗੱਲ ਨਹੀਂ। ਮੈਨੂੰ ਸ਼ੌਕ ਹੈ ਵੈੜੇ ਰੱਖਣ ਦਾ, ਇਨਸ਼ਾਅੱਲਾ ਅੱਲਾ ਦੀ। ਮੇਰਾ ਜ਼ੇਨ ਇਹ ਹੈ ਕਿ ਮੈਂ ਇਸ ਦਫਾ ਕੋਈ 100 ਵੈੜੇ ਦਾ ਕਾਰੋਬਾਰ ਕਰਾਂ। ਮਾਸ਼ਾਅੱਲਾ। ਹਾਂਜੀ।
ਤੇ ਤੁਸੀਂ ਲਿਆਉਣੇ ਨੁਕਰੇ ਤੇ ਦੂਸਰੇ ਕਿਹੜੇ ਦੱਸੇ ਜੇ? ਨੁਕਰੇ ਅਬਲਕ ਉਹ ਅੱਛੇ ਨੇ, ਤੁਸੀਂ ਕਿਹਾ ਉਹਨਾਂ ਦੀ ਮੰਗ ਜ਼ਿਆਦਾ ਹੈ। ਜੀ, ਉਹਨਾਂ ਦੀ ਮੰਗ ਤੇ ਜ਼ਿਆਦਾ। ਤੁਸੀਂ ਆ ਜਿਹੜੇ ਪਿਛਲੀ ਈਦ ਤੇ ਜਾਨਵਰ 40 ਖਰੀਦੇ ਹਨ, ਉਹ ਤੁਹਾਡੀ ਖਰੀਦਦਾਰੀ ਐਵਰੇਜ ਕਿੰਨੇ ਦੀ ਸੀ? ਉਹ ਸਾਡੀ ਜਿਹੜੀ ਜੀ ਜਾਨਵਰਾਂ ਦੀ ਖਰੀਦਦਾਰੀ ਇਸ ਤਰ੍ਹਾਂ ਹੀ ਕੋਈ 70,000 ਦਾ ਸਾਡਾ ਜਾਨਵਰ ਸੀ। ਇਹ ਖਰੀਦ ਕੋਈ 75 ਦਾ ਸੀ, ਕੋਈ 85 ਦਾ ਸੀ, ਕੋਈ 80 ਦਾ ਸੀ, ਕੋਈ ਲੱਖ ਰੁਪਏ ਦਾ ਸੀ। ਲੇਕਿਨ ਉਹਦੇ ਵਿੱਚ 5 ਵੈੜੇ ਐਸੇ ਨੇ 6 ਮੇਰੇ ਕੋਲ ਕਿ ਜਿਹੜੇ ਮੈਂ ਲਾਹੌਰ ਮੰਡੀ ਤੋਂ ਖਰੀਦੇ ਸਨ, ਤੇ ਉਸ ਵੇਲੇ ਵੀ ਉਹਨਾਂ ਦੀ ਖਰੀਦ ਜਿਹੜੀ ਇੱਕ ਵੈੜਾ ਮੈਂ 1,45,000 ਦਾ ਖਰੀਦਿਆ ਸੀ। ਫਿਰ ਇੱਕ ਪੰਜੀ ਦੇ ਮੈਂ ਤਕਰੀਬਨ 5 ਵੈੜੇ ਖਰੀਦੇ ਨੇ। ਹਾਂਜੀ। ਤੇ ਈਦ ਤੇ ਜਿਹੜੇ ਤੁਹਾਡੇ 31 ਜਾਨਵਰ ਸੇਲ ਹੋਏ ਨੇ ਜੀ, ਸਭ ਤੋਂ ਜਿਹੜਾ ਮਹਿੰਗਾ ਜਾਨਵਰ ਸੇਲ ਹੋਇਆ ਉਹ ਕਿੰਨੇ ਦਾ ਸੇਲ ਹੋਇਆ, ਤੇ ਜਿਹੜਾ ਸਭ ਤੋਂ ਕਮ ਕੀਮਤ 'ਚ ਸੇਲ ਹੋਇਆ ਉਹਦਾ ਵੀ ਰੇਟ ਦੱਸੋ। ਉਹ ਜੀ 2,65,000 ਰੁਪਏ 'ਚ ਹੋਇਆ ਵੈੜਾ। ਉਹ ਮੇਰਾ ਜਿਹੜਾ ਹੀ ਤਕਰੀਬਨ ਮੈਂ ਤਾਂ 3.5 ਲੱਖ ਦਾ ਵੇਚਣਾ ਚਾਹੁੰਦਾ ਹਾਂ, ਲੇਕਿਨ ਮੇਰਾ ਉਹ ਵੈੜਾ ਵਿਕਿਆ ਸੀ 2,65,000। ਮਾਸ਼ਾਅੱਲਾ। ਤੇ ਜਿਹੜਾ ਸਭ ਤੋਂ ਕਮ ਰੇਟ ਵਾਲਾ ਸੀ ਉਹ ਕਿੰਨੇ ਦਾ ਵਿਕਿਆ? ਸਭ ਤੋਂ ਕਮ ਰੇਟ ਵਾਲਾ ਵੈੜਾ ਜਿਹੜਾ ਵੇਖੋ ਜੀ 1,40 ਦਾ 45 ਦਾ ਇੱਥੇ ਕਦੇ ਆਮ ਵੈੜੇ ਉਹ ਵਿਕਦੇ ਰਹੇ ਨੇ, ਜਿਨ੍ਹਾਂ ਦੀ ਮਸਲਨ 70 75 80 ਖਰੀਦ ਸੀ ਨਾ, ਉਹ ਵੈੜੇ ਤਕਰੀਬਨ 1.5 ਲੱਖ ਤੱਕ। ਤੇ ਉਹਦੇ ਵਿੱਚ ਤੇ ਵੇਖੋ ਜੀ ਮੈਂ 50,000 ਰੁਪਇਆ ਦੇ ਉਂਝ ਹੀ ਵੈੜਿਆਂ ਨੂੰ ਪਾ ਚੁੱਕਿਆ ਸਾਂ। ਯਾਨੀ ਤੁਸੀਂ ਪੂਰੀ ਸੇਵਾ ਕੀਤੀ ਸੀ ਉਹਨਾਂ ਦੀ। ਤੇ ਲੇਕਿਨ ਨਹੀਂ ਕੋਈ ਆਮਦਨ ਨਹੀਂ, ਖਾਸੀ ਆਮਦਨ ਨਹੀਂ ਐਤਕੀ ਹੋਈ। ਅੱਛਾ, ਤੁਸੀਂ ਕੀ ਸਮਝਦੇ ਹੋ ਜਿਹੜੇ ਈਦ ਦੇ ਦਿਨ ਹੁੰਦੇ ਨੇ ਉਦੋਂ ਮਾਰਕੀਟ ਕਿੱਥੋਂ ਸਿੱਧਾ ਜਾਂਦੀ ਹੈ, ਜਾਂ ਜਿਹੜੇ ਖਰੀਦਦਾਰ ਹੁੰਦੇ ਨੇ ਉਹਨਾਂ ਦਾ ਕੀ ਜ਼ੇਨ ਹੁੰਦਾ ਅਕਸਰੀਅਤ ਦਾ ਕਿ ਸਾਨੂੰ ਕਿਹੜੀ ਰੇਂਜ ਵਿੱਚ ਜਾਨਵਰ ਮਿਲ ਜੇ? ਦੇਖੋ ਜੀ, ਗੁਜ਼ਾਰਿਸ਼ ਇਹ ਹੈ ਕਿ ਕਰਾਚੀ ਮੰਡੀ ਡਾਊਨ ਹੋ ਜਾਵੇ ਨਾ, ਤਾਂ ਸਾਰੇ ਮੁਲਕ ਦੀਆਂ ਮੰਡੀਆਂ ਡਾਊਨ ਹੋ ਜਾਂਦੀਆਂ ਨੇ। ਠੀਕ ਹੈ ਜੀ। ਜੀ। ਕਰਾਚੀ ਮੰਡੀ 'ਚ ਪਾਣੀ ਆਉਣ ਦੀ ਵਜ੍ਹਾ ਨਾਲ, ਕਰਾਚੀ ਮੰਡੀ ਦੇ ਵਿੱਚ ਪਾਣੀ ਆਉਣ ਦੀ ਵਜ੍ਹਾ ਨਾਲ ਉਧਰ ਦੇ ਵਪਾਰੀਆਂ ਵੀ ਸਿਆਲਕੋਟ ਦਾ ਰੁਖ ਕਰ ਲਿਆ, ਤੇ ਉਹਦੇ ਵਿੱਚ ਆ ਕੇ ਸਾਡੇ ਜਿਹੜੇ ਅਸੀਂ ਮੁਕਾਮੀ ਸਾਂ ਸਾਨੂੰ ਮਤਲਬ ਮਾਰ ਪਈ ਹੈ, ਨੁਕਸਾਨ ਹੋਇਆ ਹੈ। ਸਾਡਾ ਮਾਲ ਸਹੀ ਤਰੀਕੇ ਨਾਲ ਸੇਲ ਨਹੀਂ ਹੋਇਆ। ਜ਼ਿਆਦਾ ਫਾਇਦਾ ਕਿਹੜਾ ਬੰਦਾ ਲਿੰਦਾ ਹੈ, ਜਿਹੜਾ ਈਦ ਤੋਂ ਪਹਿਲੇ ਜਾਨਵਰ ਮਹਿੰਗੇ ਲੈ ਕੇ ਪਾਲਦਾ ਹੈ ਜਾਂ ਥੋੜੇ ਸਸਤੇ ਲੈ ਕੇ ਪਾਲਦਾ ਹੈ? ਵੇਖੋ ਜੀ, ਤਰੀਕਾਕਾਰ ਤੇ ਜਾਨਵਰ ਪਾਲਣ ਦਾ ਇਹ ਵੇ ਕਿ 40-50 ਹਜ਼ਾਰ ਦਾ ਤੁਸੀਂ ਜਾਨਵਰ ਖਰੀਦੋ ਜੀ, ਉਹਨੂੰ ਤਿਆਰ ਕਰਕੇ ਤੇ ਲੱਖ ਰੁਪਏ ਦੀ ਤੁਹਾਨੂੰ ਜਾਨਵਰ ਪੈ ਜੇ, ਤੇ ਉਹ ਤੁਹਾਡਾ ਵਿਕੇ 1.5 ਲੱਖ ਰੁਪਏ 'ਚ, ਤੇ 50,000 ਰੁਪਇਆ ਤੁਹਾਨੂੰ ਜਾਨਵਰ ਦੀ ਬਚਤ ਆ ਜਾਏਗੀ। ਤੇ ਜੇ ਤੁਸੀਂ ਪੌਂ ਦੀ 1.5 ਲੱਖ ਦਾ ਖਰੀਦ ਲੈਣਾ, 50 ਉਹਨੂੰ ਪਾਣਾ, 2 ਲੱਖ ਹੀ ਤੁਹਾਨੂੰ ਪੈ ਗਿਆ। ਤੇ ਫਿਰ ਉਹ ਸ਼ਹਿਰ ਦੇ ਵਿੱਚ ਵੀ ਲੋਕ ਨਖਰੇ ਕਰਦੇ ਨੇ ਜੀ 2-2.5 ਲੱਖ ਦਾ ਜਾਨਵਰ ਖਰੀਦੀਏ, ਦੇਣੀ ਤੇ ਅਸੀਂ ਕੁਰਬਾਨੀ ਹੈ ਨਾ। ਹਾਂਜੀ ਜੀ। ਤੇ ਇਸ ਕਰਕੇ ਕੁਝ ਆਵਾਮ ਦੇ ਹਾਲਾਤ ਵੀ ਠੀਕ ਨਹੀਂ। ਤੇ ਈਦ ਤੋਂ ਕਿੰਨੇ ਮਹੀਨੇ ਪਹਿਲੇ ਜਾਨਵਰ ਲੈ ਕੇ ਤਿਆਰ ਕਰਨਾ ਬਿਹਤਰ ਰਹਿੰਦਾ ਹੈ? ਕੰਮ ਪਏ 6 ਮਹੀਨੇ, 6 ਮਹੀਨੇ ਦਾ ਟਾਰਗੇਟ ਤੇ ਹੋਣਾ ਚਾਹੀਦਾ। ਲੇਕਿਨ ਦੇਖੋ ਨਾ, ਜਿਹੜੇ ਮੇਰੇ ਬਚ ਕੇ ਵੈੜੇ ਆਏ ਨੇ ਮਾਰਕੀਟ ਦੇ ਵਿੱਚ 2-2.5 ਰੁਪਏ ਦਾ ਡੇਲੀ ਖਰਚਾ ਮੁਲਾਜ਼ਮਾਂ ਦੀਆਂ ਤਨਖਾਹਾਂ ਤੋਂ ਇਲਾਵਾ, ਆਪਣੇ ਮਿਹਨਤ ਤੋਂ ਇਲਾਵਾ। ਅੱਛਾ, ਤੁਸੀਂ ਅੱਜ ਕੱਲ ਇਹਨਾਂ ਦੀ ਕੀ ਰੂਟੀਨ ਰੱਖੀ ਹੈ? ਮੈਂ ਇਹਨਾਂ ਦੀ ਰੁਟੀਨ ਰੱਖੀ ਹੈ, ਵੰਡਾ ਹਲਕਾ ਫੁਲਕਾ ਪਾ ਰਿਹਾ ਵਾਂ। ਇਹ ਕਿਹੜਾ ਕਿਸੇ ਕੰਪਨੀ ਦਾ ਜਾਂ ਹੋਰ ਤਿਆਰ ਕੀਤਾ ਜੇ? ਉਹ ਨਹੀਂ ਯਾਰ, ਵੰਡਾ ਤੇ ਮੈਂ ਆਪਣਾ ਹੀ ਪਾਣਾ ਵਾਂ। ਮੈਂ ਕੋਈ ਕਣਕ ਛਣਕ ਦਾ ਦਲੀਆ, ਖਲ, ਚੋਖਰ। ਹਾਂਜੀ ਜੀ। 9 ਜਾਨਵਰਾਂ ਨੂੰ ਰੋਜ਼ਾਨਾ ਤਾਂ ਕਿੰਨਾ ਕਹਿ ਦਲੀਆ ਖਲ ਵਗੈਰਾ ਪਹਾੜਦੇ? ਫੀ ਜਾਨਵਰ ਨੂੰ ਤਕਰੀਬਨ 2 ਕਿਲੋ ਪਾ ਰਿਹਾ ਵਾਂ। ਜਿਹੜੇ ਆਖਰੀ ਦੇ 3 ਮਹੀਨੇ ਰਹਿ ਜਾਣੇ ਨਾ, ਉਦੋਂ ਫੀ ਜਾਨਵਰ ਦੀ ਖੁਰਾਕ 6 ਕਿਲੋ ਵੰਡਾ ਹੋਣੀ ਹੈ। ਤੇ ਨਾਲ ਇਹਨਾਂ ਨੂੰ ਤੂੜੀ ਤੇ ਸਬਜ਼ ਚਾਰਾ ਖਿਲਾਉਂਦੇ ਹੋ? ਤੂੜੀ, ਸਬਜ਼ ਚਾਰਾ। ਹਾਂਜੀ। ਪਰਾਲੀ ਤਾਂ ਮੈਂ ਨਾ ਨਹੀਂ ਪਾਉਂਦਾ ਵੈੜਿਆਂ ਨੂੰ। ਉਹ ਕੀ ਵਜ੍ਹਾ? ਉਹਦੀ ਵਜ੍ਹਾ ਉਹ ਬਾਦੀ ਹੁੰਦੀ ਹੈ, ਵੈੜਿਆਂ ਦੀ ਚਮਕ ਖਤਮ ਹੋ ਜਾਂਦੀ ਹੈ। ਤੂੜੀ ਅੱਛੀ ਚੀਜ਼ ਹੈ? ਤੂੜੀ ਅੱਛੀ ਚੀਜ਼ ਹੈ। ਤੇ ਰੋਜ਼ਾਨਾ ਦਾ ਕਿੰਨਾ ਖਰਚਾ ਹੈ 9 ਜਾਨਵਰਾਂ ਦਾ? 9 ਜਾਨਵਰਾਂ ਦਾ ਤਕਰੀਬਨ ਰੋਜ਼ਾਨਾ ਦਾ 2 ਤੋਂ 2.5 ਰੁਪਇਆ ਖਰਚਾ ਜੀ ਡੇਲੀ। ਤੇ ਕਿੰਨੇ ਬੰਦੇ ਇਹਨਾਂ ਨੂੰ ਸੰਭਾਲਦੇ ਨੇ? ਬੰਦੇ ਤੇ ਫਿਲਹਾਲ ਹੁਣ ਗੱਲ ਸੁਣੋ ਮੇਰੀ, ਗੱਲ ਇਹ ਵੇ ਜੀ ਮੁਲਾਜ਼ਮਾਂ ਨੂੰ ਵੀ ਤਨਖਾਹਾਂ ਦੇਣੀਆਂ ਹੁੰਦੀਆਂ ਨੇ। ਇਸ ਵੇਲੇ ਤੇ ਮੈਂ ਖੁਦ ਹੀ ਆ, ਮੈਂ ਵਾਂ, ਮੇਰੇ ਬੇਟੇ ਨੇ, ਇੱਕ ਬੇਟਾ ਮੇਰਾ ਸਕੂਲ ਟਾਈਮ ਤੋਂ ਬਾਅਦ ਵੀ ਆ ਕੇ ਡਿਊਟੀ ਦਿੰਦਾ ਹੈ। ਜੀ। ਹਾਂਜੀ। ਇੱਕ ਬੇਟਾ ਮੇਰਾ ਮਸਤ ਮੇਰੇ ਨਾਲ ਹੈ ਇਹਨਾਂ ਦੇ। ਠੀਕ ਹੈ। ਹਾਂਜੀ। ਮਾਸ਼ਾਅੱਲਾ। ਯਾਨੀ ਕਿ ਹੁਣ ਤੁਸੀਂ ਆਪਣੀ ਗਲਤੀ ਤੋਂ ਥੋੜਾ ਸਿੱਖ ਕੇ ਅਕਲਮੰਦੀ ਦਾ ਮੁਜ਼ਾਹਰਾ ਕਰਦੇ ਹੋ। ਜੀ ਬਿਲਕੁਲ। ਅਸੀਂ ਖੁਦ ਵੈਸੇ ਯਾਨੀ ਕਿ ਤੁਸੀਂ 5 ਸਾਲ ਹੋ ਗਏ ਹਨ, 4 ਸਾਲ ਤੁਹਾਡੇ ਠੀਕ ਰਹੇ ਨੇ। ਹਾਂਜੀ। ਇਸ ਦਫਾ ਜਿਹੜਾ ਨਾ ਉਹ ਮੰਡੀ ਦਾ ਰੇਟ ਕਮ ਹੀ, ਉਸ ਵਜ੍ਹਾ ਤੋਂ ਜਿਹੜਾ ਕਿ ਤੁਹਾਡੇ ਕੁਝ ਜਾਨਵਰ ਰਹਿ ਗਏ ਨੇ। ਹਾਂ ਬਿਲਕੁਲ। ਕੁਝ ਲੋਕ ਹੁੰਦੇ ਨੇ ਉਹ ਕਮ ਉਮਰ ਬੱਚੇ ਲੈ ਕੇ 35-40 ਕਿਲੋ ਦੇ ਬੱਚੇ ਲੈ ਕੇ ਉਹਨਾਂ ਨੂੰ ਕੋਈ 100 ਦਿਨ ਰੱਖ ਕੇ ਗੋਸ਼ਤ ਵਾਸਤੇ ਉਹਨਾਂ ਨੂੰ ਸੇਲ ਕਰਦੇ ਨੇ। ਤੁਹਾਡੇ ਹਾਲ ਉਹ ਲੋਕ ਸਾਡੇ ਨਾਲ ਚੰਗੇ ਰਹਿੰਦੇ ਨੇ। ਅੱਛਾ। ਹਾਂਜੀ।
ਤੁਸੀਂ ਕੀ ਮਸ਼ਵਰਾ ਦੋਗੇ? ਫਿਰ ਉਹੀ ਕੰਮ ਠੀਕ ਹੈ? ਉਹੀ ਕੰਮ ਠੀਕ ਹੈ, ਇਸ ਕਰਕੇ ਕਿ ਇਹ ਬੰਦੇ ਦੀ ਦੇਖੋ ਜੀ ਸਾਲ ਦਾ ਪੀਰੀਅਡ ਜਾਂ 6 ਮਹੀਨੇ ਦਾ ਪੀਰੀਅਡ ਰੱਖਣ ਵਾਸਤੇ ਅਗਰ ਤੁਸੀਂ ਮਾਲ 10 ਲੱਖ ਦਾ ਖਰੀਦਦੇ ਹੋ ਨਾ ਤੇ 10 ਲੱਖ ਰੁਪਇਆ ਤੁਹਾਡੇ ਕੋਲ ਹੋਣਾ ਚਾਹੀਦਾ ਜੀ। ਠੀਕ ਹੈ ਜੀ। ਤੇ ਅੱਜ ਕੱਲ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਜੀ ਸਰਦੀਆਂ ਦੇ ਵਿੱਚ ਇਹਨਾਂ ਦੀ ਕੋਈ ਇਹਤਿਆਤੀ ਤਦਾਬੀਰ ਵੀ ਕਰਦੇ ਹੋ? ਬਿਲਕੁਲ ਜੀ, ਇਹਤਿਆਤੀ ਤਦਾਬੀਰ ਅਸੀਂ ਆਪਣੇ ਅੰਦਰ ਬੰਨ੍ਹਨੇ ਆ, ਬਾਹਰ ਅਸੀਂ ਤਰਪਾਲ ਲਾਈ ਹੁੰਦੀ ਹੈ ਜੀ। ਲੇਕਿਨ ਉਹਦੇ ਵਿੱਚ ਗੁੜ ਛੁੜ ਵੀ ਬੈੜਿਆਂ ਨੂੰ ਦੇਈਦਾ, ਸੁਰਖ ਵੀ ਦੇਈਦੀ ਹੈ। ਇਸ ਕਰਕੇ ਅਕਸਰ ਸਰਦੀ ਦੇ ਵਿੱਚ ਜਾਨਵਰ ਕਮਜ਼ੋਰ ਹੋ ਜਾਂਦੇ ਨੇ ਜੀ। ਕੋਈ ਵੀ ਡੇਅਰੀ ਫਾਰਮ ਵਾਲਾ ਬੰਦਾ ਹੈ ਉਹ ਕਹੇਗਾ ਕਿ ਜਾਨਵਰ ਜਿਹੜਾ ਨਾ ਸਰਦੀ ਦੇ ਵਿੱਚ ਉਹ ਅਕਸਰ ਡਾਊਨ ਹੋਏਗਾ, ਕਮਜ਼ੋਰ ਹੋ ਜਾਏਗਾ ਥੋੜਾ ਜਿਹਾ। ਤੇ ਗੁੜ ਤੁਸੀਂ ਇੱਕ ਜਾਨਵਰ ਨੂੰ ਕਿੰਨੇ ਦਿਨ ਬਾਅਦ ਦਿੰਦੇ ਹੋ ਤੇ ਕਿੰਨਾ ਦਿੰਦੇ ਹੋ? ਤੀਸਰੇ ਚੌਥੇ ਦਿਨ ਦੇਈਦਾ ਜੀ, ਅੱਧਾ ਕਿਲੋ ਫੀ ਜਾਨਵਰ ਨੂੰ। ਤੇ ਜਿਹੜੀਆਂ ਮਿਰਚਾਂ ਨੇ ਉਹ ਦਾਦੜ ਮਿਰਚਾਂ ਨੇ ਜਾਂ ਹਰੀਆਂ ਮਿਰਚਾਂ ਨੇ? ਦਾਦੜ ਮਿਰਚਾਂ ਦੇਈਦੀਆਂ ਨੇ। ਉਂਝ ਅਸੀਂ ਦੂਸਰਾ ਵੀ ਮਸਾਲਾ ਮਤਲਬ ਹਰੀ ਮਿਰਚ, ਅਦਰਕ, ਕਾਲੀ ਮਿਰਚ, ਹਾਂਜੀ ਨਮਕ, ਇਹ ਵੀ ਅਕਸਰ ਟੀਮ ਨਾਲ ਦਿੰਦੇ ਰਹਿੰਦੇ ਆ, ਯਾਨੀ ਇਹਨਾਂ ਦੇ ਮੂੰਹ 'ਚ ਅਸੀਂ ਹੱਥ ਰੱਖਦੇ ਹੀ ਰਹਿੰਦੇ ਆ। ਠੀਕ ਹੈ, ਯਾਨੀ ਕਿ ਇਹਨਾਂ ਦੀ ਇਹਤਿਆਤੀ ਤਦਾਬੀਰ, ਇਹਨਾਂ ਦੀ ਸੇਵਾ ਦਾ ਪੂਰਾ ਖਿਆਲ ਰੱਖਦੇ ਹੋ। ਬਿਲਕੁਲ ਜੀ। ਮਾਸ਼ਾਅੱਲਾ, ਤੁਸੀਂ ਆਪਣੇ ਕੰਮ ਦੇ ਮੁਤਲਕ ਬੜੀ ਅੱਛੀ ਗੁਫ਼ਤਗੂ ਕੀਤੀ ਏ। ਆਖਰੀ ਗੱਲ ਦੇ ਤੌਰ ਤੇ ਆ ਦੱਸੋ, ਜਿਹੜੇ ਭਾਈ ਆ ਵੀਡੀਓ ਵੇਖਦੇ ਨੇ ਪਏ, ਉਹਨਾਂ ਨੂੰ ਵੱਛੇ ਪਾਲਣ ਦਾ ਸ਼ੌਕ ਏ, ਜੀ। ਉਹ ਵੱਛੇ ਕਿੰਜ ਪਾਲਣ ਤੇ ਉਹਨਾਂ ਨੂੰ ਫਾਇਦਾ ਹੋਏਦਾ, ਇਹਦੇ ਤੇ ਥੋੜੀ ਰੋਸ਼ਨੀ ਪਾਓ। ਉਹਦੇ ਤੇ ਜੀ ਰੋਸ਼ਨੀ ਮੇਰੀ ਇਹ ਵੇ ਕਿ ਉਹ 30 ਤੋਂ 40 ਤੋਂ 50 ਹਜ਼ਾਰ ਦਾ ਵਿਹੜਾ ਖਰੀਦਣ ਸਾਈਵਾਲ ਨਸਲ ਦਾ, 40 45 50 ਦਾ ਵਿਹੜਾ ਖਰੀਦਣ 6 ਮਹੀਨੇ ਪਹਿਲਾਂ ਹੀ ਤੋਂ 6-7 ਮਹੀਨੇ ਪਹਿਲਾਂ ਖਰੀਦਣ, ਜਿਹੜਾ ਕਿ 30-40 ਹਜ਼ਾਰ ਰੁਪਇਆ ਵਿਹੜਾ ਖਾ ਜਾਵੇ, ਉਹ ਬਣ ਜੇ ਤਕਰੀਬਨ 80 ਹਜ਼ਾਰ ਰੁਪਏ ਦਾ। 80 ਹਜ਼ਾਰ ਦਾ ਉਹ ਪੈ ਜਾਵੇ, ਉਹ ਵਿਹੜਾ ਹੱਸ ਕੇ 140 ਦਾ, 30 ਦਾ, 25 ਦਾ ਹੱਸ ਕੇ ਵਿਕ ਜਾਂਦਾ। ਉਹਦੇ ਵਿੱਚ 40-50 ਹਜ਼ਾਰ ਰੁਪਇਆ ਵਿਹੜਾ ਛੱਡ ਜਾਂਦਾ ਜੀ। ਜ਼ਬਰਦਸਤ ਹੋ ਗਿਆ। ਯਾਨੀ ਕਿ ਤੁਹਾਡੇ ਕਹਿਣ ਦਾ ਮਕਸਦ ਇਹ ਹੋਇਆ ਕਿ ਤੁਸੀਂ ਜਿਹੜੀ ਆਪਣੀ ਖਰੀਦਦਾਰੀ ਹੈ ਉਹ ਮੁਨਾਸਬ ਕਰੋ, ਫਿਰ ਉਹਨਾਂ ਦੀ ਸੇਵਾ ਕਰੋ, ਤਾਂ ਕਿ ਤੁਹਾਨੂੰ ਜਿਹੜਾ ਅੱਛਾ ਮੁਨਾਫਾ ਮਿਲ ਜੇ। ਬਿਲਕੁਲ ਹਲਕਾ ਤੋਂ ਹਲਕਾ ਵਿਹੜਾ ਖਰੀਦਣ ਦੀ ਕੋਸ਼ਿਸ਼ ਕਰਨ। ਖੀਰੇ ਵਿਹੜੇ ਖਰੀਦਣ ਇਹ ਜ਼ੇਰ ਰੱਖਣਗੇ ਈਦ ਤੱਕ ਦੋਂਦਾ ਲੱਗ ਜੇ। ਠੀਕ ਹੈ ਜੀ। ਹਲਕੇ ਵਿਹੜੇ ਖਰੀਦਣ, ਉਹਨਾਂ ਤੇ 40 ਹਜ਼ਾਰ ਦਾ ਵਿਹੜਾ 50 ਹਜ਼ਾਰ ਦਾ ਖਰੀਦ ਕੇ ਇੰਨਾ ਟਾਰਗੇਟ ਰੱਖਣਗੇ 30-40 ਹਜ਼ਾਰ ਰੁਪਇਆ ਉਹਨਾਂ ਦਾ ਈਦ ਤੱਕ ਖਰਚਾ ਹੋਣਾ ਚਾਹੀਦਾ। 80-90 ਹਜ਼ਾਰ 'ਚ ਵਿਹੜਾ ਪੈ ਜਾਵੇ, ਬੰਬਿਆ ਖਰੀਦ ਤੇ ਖਰਚਾ। ਉਸ ਤੋਂ ਬਾਅਦ ਜਨਾਬ ਤੁਹਾਡਾ ਵਿਹੜਾ 1.25 ਲੱਖ ਦਾ ਵੀ ਵਿਕ ਜਾਂਦਾ, 1.25 ਦਾ, 1.30 ਦਾ ਹੀ ਵਿਕਦਾ, ਤੇ ਰੁਪਈਆ 40-50 ਹਜ਼ਾਰ ਤੁਹਾਨੂੰ ਵਿਹੜਾ ਛੱਡ ਜਾਏਗਾ। ਜਿੱਥੇ 20 ਵਿਹੜੇ ਤੁਸੀਂ ਰੱਖਣੇ ਤੁਹਾਨੂੰ 10 ਲੱਖ ਦੀ ਪ੍ਰਾਫਿਟ ਹੋ ਸਕਦੀ ਹੈ ਜੀ। ਸਰ ਜ਼ਿੰਦਾਬਾਦ, ਤੁਸੀਂ ਬੜੀ ਅੱਛੀ ਤੇ ਉਮਦਾ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼। ਅੱਲਾ ਹਾਫਿਜ਼।